सत श्री अकाल। मैं डॉक्टर दविंदर सिंह, पंजाबी विभाग, मुल्तानी मल मोदी कॉलेज पटियाला। प्यारे विद्यार्थियों, ਅੱਜ ਆਪਾਂ ਚਰਚਾ ਕਰਾਂਗੇ ਸੰਤੋਖ ਸਿੰਘ ਧੀਰ ਉਹਨਾਂ ਦੁਆਰਾ ਲਿਖੀ ਗਈ ਕਹਾਣੀ ਭੇਤ ਵਾਲੀ ਗੱਲ ਤੇ। ਇਹ ਕਹਾਣੀ ਤੁਹਾਨੂੰ BA ਭਾਗ ਪਹਿਲਾ ਦੇ ਸਿਲੇਬਸ ਵਿੱਚ ਕਥਾ ਰੰਗ ਪੁਸਤਕ ਵਿੱਚ ਲੱਗੀ ਹੋਈ ਹੈ। ਕਹਾਣੀ ਬਾਰੇ ਚਰਚਾ ਕਰਨ ਤੋਂ ਪਹਿਲਾਂ ਆਪਾਂ ਸੰਤੋਖ ਸਿੰਘ ਧੀਰ ਉਹਨਾਂ ਦੇ ਜੀਵਨ ਤੇ ਉਹਨਾਂ ਦੀ ਰਚਨਾ ਬਾਰੇ ਥੋੜੀ ਜਿਹੀ ਚਰਚਾ ਕਰਾਂਗੇ। ਸੰਤੋਖ ਸਿੰਘ ਧੀਰ ਉਹਨਾਂ ਦਾ ਜਨਮ ਬਸੀ ਪਠਾਣਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਈਸ਼ਰ ਸਿੰਘ ਦਰਦੋਰਾਂ ਦੇ ਘਰ ਹੋਇਆ। ਈਸ਼ਰ ਸਿੰਘ ਦਰਦੋਰੀ ਖੁਦ ਵੀ ਇੱਕ ਕਵੀ ਸੀ ਤੇ ਉਹ ਚਾਹੁੰਦੇ ਸੀ ਕਿ ਉਹਨਾਂ ਦਾ ਪੁੱਤਰ ਵੀ ਲੇਖਕ ਬਣੇ। ਸੰਤੋਖ ਸਿੰਘ ਧੀਰ ਉਹਨਾਂ ਨੇ 10ਵੀਂ ਤੋਂ ਬਾਅਦ ਗਿਆਨੀ ਦੀ ਪੜ੍ਹਾਈ ਕੀਤੀ ਤੇ ਕੁਝ ਸਮਾਂ ਉਹਨਾਂ ਨੇ ਆਪਣਾ ਪਿਤਾ ਪੁਰਖੀ ਦਰਜੀ ਦਾ ਕਿੱਤਾ ਵੀ ਕੀਤਾ ਤੇ ਕੁਝ ਸਮਾਂ ਉਹਨਾਂ ਨੇ ਅਧਿਆਪਨ ਦਾ ਕਾਰਜ ਵੀ ਕੀਤਾ। ਪਰ ਉਹਨਾਂ ਨੇ ਆਪਣਾ ਵਧੇਰੇ ਸਮੇਂ, ਜੋ ਕਿ ਪੰਜਾਬੀ ਦੇ ਲੇਖਕਾਂ ਨੇ ਬਹੁਤ ਹੀ ਘੱਟ ਕੀਤਾ, ਸੁਤੰਤਰ ਲੇਖਣ ਦੇ ਲੇਖੇ ਹੀ ਲਾਇਆ। ਤੇ ਸੰਤੋਖ ਸਿੰਘ ਧੀਰ ਹੋਰੀ ਪੰਜਾਬੀ ਦੇ ਸਰਬੰਗੀ ਸਾਹਿਤਕਾਰ ਨੇ। ਉਹਨਾਂ ਨੇ ਪੰਜਾਬੀ ਵਿੱਚ ਕਵਿਤਾਵਾਂ ਲਿਖੀਆਂ, ਕਹਾਣੀ ਲਿਖੀ, ਨਾਵਲ ਲਿਖੇ, ਸਵੈ ਜੀਵਨੀ ਲਿਖੇ। ਪਰ ਸੰਤੋਖ ਸਿੰਘ ਧੀਰ ਹੋਰਾਂ ਦੀ ਜਿਹੜੀ ਮੁੱਖ ਪਛਾਣ ਹੈ ਉਹ ਇੱਕ ਕਵੀ ਤੇ ਕਹਾਣੀਕਾਰ ਵਜੋਂ ਹੈ। ਕਵੀ ਨਾਲੋਂ ਵੀ ਵਧੇਰੇ ਕਹਾਣੀਕਾਰ ਵਜੋਂ ਉਹਨਾਂ ਨੂੰ ਵਧੇਰੇ ਜਾਣਿਆ ਜਾਂਦਾ ਹੈ। ਸੰਤੋਖ ਸਿੰਘ ਧੀਰ ਹੋਰੀ ਬਹੁਵਿਧਾਈ ਲੇਖਕ ਨੇ, ਪਰ ਕਹਾਣੀਕਾਰ ਵਜੋਂ ਉਹਨਾਂ ਦੀ ਪਹਿਚਾਣ ਹੈ ਜਿਹੜੀ ਬੜੀ ਪੁਖਤਾ ਹੈ। ਸੰਤੋਖ ਸਿੰਘ ਧੀਰ ਹੋਰੀ ਸਾਰੀ ਉਮਰ ਕਮਿਊਨਿਸਟ ਵਿਚਾਰਧਾਰਾ ਨੂੰ ਪਰਨਾਏ ਰਹੇ ਤੇ ਉਹਨਾਂ ਦੇ ਸਾਹਿਤ ਨੂੰ ਤੁਸੀਂ ਪ੍ਰਗਤੀਵਾਦੀ ਸਾਹਿਤ ਦੀ ਕੋਟੀ ਵਿੱਚ ਰੱਖ ਸਕਦੇ ਹੋ। ਪ੍ਰਗਤੀਵਾਦੀ ਵਿਚਾਰਧਾਰਾ ਨੂੰ ਉਹਨਾਂ ਨੇ ਐਲਾਨੀਆ ਤੌਰ ਤੇ ਅਪਣਾਇਆ ਹੋਇਆ ਸੀ, ਪਰ ਇਸ ਦੇ ਬਾਵਜੂਦ ਕਲਾਤਮ ਪੱਖੋਂ ਉਹਨਾਂ ਦੀ ਕਹਾਣੀ ਵਿੱਚ ਕਦੇ ਵੀ ਨਾਅਰਾ ਨਹੀਂ ਬਣਦੀ। ਉਹਨਾਂ ਦੀ ਕਹਾਣੀ ਕਲਾਤਮ ਪੱਖੋਂ ਪੰਜਾਬੀ ਦੀਆਂ ਉੱਤਮ ਕਹਾਣੀਆਂ ਦਾ ਦਰਜਾ ਰੱਖਦੀਆਂ ਨੇ। ਕਿਉਂਕਿ ਸੰਤੋਖ ਸਿੰਘ ਧੀਰ ਹੋਰੀ ਮਲਵਈ ਖਿੱਤੇ ਦੇ ਵਸਿੰਦੇ ਸੀ, ਇਸ ਕਰਕੇ ਮਲਵਈ ਖਿੱਤਾ ਜੋ ਹੈ ਉਹਨਾਂ ਦੀਆਂ ਕਹਾਣੀਆਂ ਵਿੱਚ ਜੀਵੰਤ ਰੂਪ ਵਿੱਚ ਪੇਸ਼ ਹੋਇਆ। ਤੇ ਸੰਤੋਖ ਸਿੰਘ ਧੀਰ ਹੋਰੀਆਂ ਦੀਆਂ ਜੇਕਰ ਕਹਾਣੀ ਰਚਨਾਵਾਂ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਦਾ ਇਹ ਸਫ਼ਰ 1950 ਤੋਂ ਸਿੱਟਿਆਂ ਦੀ ਛਾਂ ਕਹਾਣੀ ਸੰਗ੍ਰਹਿ ਤੋਂ ਸ਼ੁਰੂ ਹੁੰਦਾ ਹੈ। ਸਵੇਰ ਹੋਣ ਤੱਕ, ਸਾਂਝੀ ਕੰਧ, ਸ਼ਰਾਬ ਦਾ ਗਲਾਸ, ਊਸ਼ਾ ਭੈਣ ਜੀ ਚੁੱਪ ਸਨ ਤੇ ਪੱਖੀ, ਇਹ ਉਹਨਾਂ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਹਨ। 1991 ਦੇ ਵਿੱਚ ਪੱਖੀ ਕਹਾਣੀ ਸੰਗ੍ਰਹਿ ਦੇ ਉੱਤੇ ਉਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਵੱਲੋਂ ਇਨਾਮ ਦਿੱਤਾ ਗਿਆ। ਉਹਨਾਂ ਦੀਆਂ ਪ੍ਰਸਿੱਧ ਕਹਾਣੀਆਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਸਿੱਟਿਆਂ ਦੀ ਛਾਂ, ਸਾਂਝੀ ਕੰਧ, ਭੇਤ ਵਾਲੀ ਗੱਲ ਤੇ ਕੋਈ ਇੱਕ ਸਵਾਰ, ਮੇਰਾ ਉਜੜਿਆ ਗਵਾਂਢੀ ਉਹਨਾਂ ਦੀਆਂ ਸ਼ਾਹਕਾਰ ਕਹਾਣੀਆਂ ਹਨ। ਸੰਤੋਖ ਸਿੰਘ ਧੀਰ ਉਹਨਾਂ ਦੀਆਂ ਕਹਾਣੀਆਂ ਦੇ ਜਿਹੜੇ ਪਾਤਰ ਨੇ ਉਹ ਪੇਂਡੂ ਨਿਮਨ ਵਰਗ ਚੋਂ ਵਧੇਰੇ ਕਰਕੇ ਹੁੰਦੇ ਆ ਤੇ ਜਿਹੜੀ ਪੂੰਜੀਵਾਦ ਦੇ ਨਾਲ ਜਾਂ ਮਸ਼ੀਨੀਕਰਨ ਦੇ ਨਾਲ ਤਬਦੀਲੀ ਵਾਪਰੀ ਹੈ ਸਾਡੇ ਸਮਾਜ ਦੇ ਵਿੱਚ ਤੇ ਮਨੁੱਖ ਦੀ ਜੋ ਹਰ ਸਮੇਂ ਤਾਕਤ ਹੈ ਬਦਲਦੀਆਂ ਪ੍ਰਸਥਿਤੀਆਂ ਦੇ ਨਾਲ ਲੜਨ ਦੀ, ਜੇ ਅਸੀਂ ਉਹ ਦੇਖਣੀ ਹੋਵੇ ਤਾਂ ਕੋਈ ਇੱਕ ਸਵਾਰ ਵਰਗੀ ਕਹਾਣੀ 'ਚ ਦੇਖ ਸਕਦੇ ਹਾਂ। ਭਾਵੇਂ ਸਮੇਂ ਦੇ ਬਦਲਣ ਨਾਲ, ਮਸ਼ੀਨੀਕਰਨ ਦੇ ਨਾਲ, ਟੈਕਨੋਲੋਜੀ ਦੇ ਆਉਣ ਨਾਲ ਕੁਝ ਕਿੱਤੇ ਆ ਜਿਹੜੇ ਅਪ੍ਰਸੰਗਿਕ ਹੋ ਜਾਂਦੇ ਆ, ਪਰ ਮਨੁੱਖ ਹਰੇਕ ਹਾਲਤ 'ਚ ਉਹਨਾਂ ਦੇ ਵਿਰੁੱਧ ਸੰਘਰਸ਼ ਕਰਦਾ ਤੇ ਜਿੱਤਦਾ। ਤੇ ਕੋਈ ਇੱਕ ਸਵਾਰ ਵਰਗੀਆਂ ਕਹਾਣੀਆਂ ਦੇ ਉਹਨਾਂ ਉੱਤੇ ਦੂਰਦਰਸ਼ਨ ਨੇ ਆਪਣੀਆਂ ਟੈਲੀ ਫਿਲਮਾਂ ਵੀ ਬਣਾਈਆਂ ਨੇ। ਤੇ ਅੱਜ ਜੋ ਕਹਾਣੀ ਤੁਹਾਡੇ ਸਿਲੇਬਸ ਦਾ ਹਿੱਸਾ ਹੈ, ਆਪਾਂ ਉਸ ਬਾਰੇ ਚਰਚਾ ਕਰਾਂਗੇ। ਇਸ ਕਹਾਣੀ ਦਾ ਨਾਮ ਹੈ ਭੇਤ ਵਾਲੀ ਗੱਲ। ਭੇਤ ਵਾਲੀ ਗੱਲ ਕਹਾਣੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਅੱਜ ਤੋਂ ਲਗਭਗ 6-7 ਦਹਾਕੇ ਪਹਿਲਾਂ ਦਾ ਪੰਜਾਬੀ ਪੇਂਡੂ ਭਾਈਚਾਰਾ, ਸੱਭਿਆਚਾਰ ਜਾਂ ਪਿੰਡ ਦੀਆਂ ਆਪਸੀ ਦੁੱਖ ਸੁੱਖ ਦੀਆਂ ਸਾਂਝਾਂ ਦੀ ਗੱਲ ਪਾਉਂਦੀ ਹੈ। ਪਰ ਇੱਕ ਪਾਸੇ ਇਸ ਵਿੱਚ ਉਸ ਵੇਲੇ ਦਾ ਸੰਗਠਿਤ ਪੇਂਡੂ ਸਮਾਜ ਸੱਭਿਆਚਾਰ ਹੈ ਤੇ ਦੂਸਰੇ ਪਾਸੇ ਮਨੁੱਖੀ ਸੁਭਾਅ ਹੈ। ਮਨੁੱਖੀ ਸੁਭਾਅ
ਤੇ ਮਨੁੱਖੀ ਸੱਭਿਆਚਾਰ ਜੋ ਕਿ ਟਕਰਾਓ ਦੀ ਸਥਿਤੀ 'ਚ ਹੈ, ਜੋ ਕਿ ਹਮੇਸ਼ਾ ਹੀ ਟਕਰਾਓ ਦੀ ਸਥਿਤੀ 'ਚ ਰਹਿੰਦਾ ਹੈ। ਇਸ ਵਿਚਕਾਰ ਸੰਤੁਲਨ ਬਿਠਾਉਣਾ ਹੀ ਮਨੁੱਖ ਦਾ ਜੀਵਨ ਹੈ। ਤੇ ਇਸ ਟਕਰਾਅ ਨੂੰ ਜੋ ਆਪਾਂ ਸੰਸਕ੍ਰਿਤੀ ਤੇ ਪ੍ਰਕਿਰਤੀ ਦਾ ਟਕਰਾਅ ਵੀ ਕਹਿ ਸਕਦੇ ਹਾਂ, ਮਨੁੱਖੀ ਸੁਭਾਅ ਤੇ ਮਨੁੱਖੀ ਸੱਭਿਅਤਾ ਦਾ ਟਕਰਾਅ ਵੀ ਕਹਿ ਸਕਦੇ ਹਾਂ, ਜਿਸ ਖੂਬਸੂਰਤੀ ਜਾਂ ਸਜਿੰਦ ਬਿਰਤਾਂਤ ਵਿੱਚ ਸੰਤੋਖ ਸਿੰਘ ਧੀਰ ਨੇ ਬੰਨਿਆ ਹੈ ਉਹ ਬਾਕਮਾਲ ਹੈ। ਤੇ ਜੇਕਰ ਇਸ ਕਹਾਣੀ ਦੀ ਗੱਲ ਕਰਨੀ ਹੋਵੇ, ਕਹਾਣੀ ਦੇ ਵਿੱਚ ਜੋ ਕਹਾਣੀ ਹੈ ਉਹ ਸਿਰਫ ਪਹਿਲੀਆਂ ਪੌਣੇ 4 ਲਾਈਨਾਂ ਦੇ ਵਿੱਚ ਘਟ ਜਾਂਦੀ ਹੈ। ਬਾਕੀ ਜੋ ਹੈ ਉਸ ਕਹਾਣੀ ਦਾ ਸਾਰਾ ਪ੍ਰਤੀਕਰਮ ਹੈ, ਜਿਸ ਵਿੱਚ ਮਨੁੱਖੀ ਸੁਭਾਅ ਦੇ ਅਲੱਗ-ਅਲੱਗ ਰੰਗ ਤੇ ਮਨੁੱਖੀ ਸੱਭਿਆਚਾਰ ਜੋ ਬੰਦੇ ਦੀ ਮਨੋਬਣਤਰ ਨੂੰ ਉਸਾਰਦੀ ਹੈ, ਉਸ ਦੇ ਵੱਖ-ਵੱਖ ਰੰਗ ਪੇਸ਼ ਹੁੰਦੇ ਦਿਖਾਏ ਨੇ, ਬਹੁਤ ਹੀ ਕਲਾਤਮਕ ਤੇ ਜੀਵੰਤ ਰੂਪ ਦੇ ਵਿੱਚ। ਕਹਾਣੀ ਸ਼ੁਰੂ ਵਿੱਚ ਅਸੀਂ ਪੜ੍ਹ ਲੈਂਦੇ ਹਾਂ, ਪਹਿਲੀਆਂ 4 ਲਾਈਨਾਂ ਦੇ ਵਿੱਚ ਘਟ ਚੁੱਕੀ ਹੈ, ਬਾਕੀ ਸਾਰੇ ਉਹਦੇ ਪ੍ਰਤੀਕਰਮ ਵਜੋਂ ਕਹਾਣੀ ਵਾਪਰਦੀ ਹੈ। ਇਹ ਹਨ: ਵਿਹੜੇ ਦੀ ਵਲਗਣ ਉਤੋੜ ਕੇ ਮੌਕਾ ਬਚਾਉਂਦਿਆਂ ਜੈਲਦਾਰਾਂ ਦੀ ਹਰ ਪ੍ਰਕਾਸ਼, ਗਲੀ ਵਿੱਚੋਂ ਲੰਘੇ ਜਾਂਦੇ ਵਿਰਕਾਂ ਦੇ ਪਰਮਿੰਦਰ ਵੱਲ ਤੱਕਦੀ ਕਿਤੇ ਹਲਕਾ ਜਾਂ ਮੁਸਕਰਾ ਪਈ ਕਿ ਅਚਨਚੇਤ ਮੋੜ ਉੱਤੇ ਆ ਧਮਕੇ ਬਾਰੀਆਂ ਦੇ ਤਿਲਕੂ ਨੇ ਟੇਢੀ ਅੱਖੀਂ ਵੇਖ ਲਿਆ। ਇੱਕ ਤਾਂ ਇਸ਼ਕ ਮੁਸ਼ਕ ਲੁਕਾਇਆ, ਸਹੁਰੇ ਲੁਕਦੇ ਵੀ ਤਾਂ ਨਹੀਂ ਹਨ। ਕਹਾਣੀ ਇੰਨੀ ਹੈ, ਬਾਕੀ ਸਾਰਾ ਇਸ ਦ੍ਰਿਸ਼ ਦੇ ਜਾਂ ਇਸ ਬਿਰਤਾਂਤ ਦੇ ਵਿੱਚੋਂ ਉਪਜਿਆ ਬਿਰਤਾਂਤ ਹੈ, ਜੋ 2 ਗੱਲਾਂ ਨੇ: ਮਨੁੱਖੀ ਵਿਵਹਾਰ ਤੇ ਮਨੁੱਖ ਦੀ ਸਮਾਜਿਕ ਜ਼ਿੰਮੇਵਾਰੀ। ਤੇ ਪੂਰੇ ਤਣਾਅ ਦੇ ਵਿੱਚ ਇਹ ਸਾਰੀ ਕਹਾਣੀ ਵਿੱਚ ਫੈਲੀਆਂ ਹੋਈਆਂ ਨੇ। ਅੱਜ ਤੋਂ 50 ਸਾਲ ਪਹਿਲਾਂ ਦਾ ਜਾਂ 60 ਸਾਲ ਪਹਿਲਾਂ ਦਾ ਪੰਜਾਬ ਦਾ ਜੋ ਪਿੰਡ ਸੀ, ਉਹ ਇੱਕ ਸੰਗਠਿਤ ਸੱਭਿਆਚਾਰਕ ਇਕਾਈ ਸੀ, ਜਿੱਥੇ ਹਰ ਕੋਈ ਇੱਕ ਦੂਜੇ ਬਾਰੇ ਸਭ ਕੁਝ ਜਾਣਦਾ ਸੀ, ਇੱਕ ਦੂਜੇ ਦੇ ਦੁੱਖ ਸੁੱਖ ਦਾ ਸਾਂਝੀ ਸੀ ਤੇ ਇੱਕ ਦੂਜੇ ਦੀ ਇੱਜ਼ਤ ਅਤੇ ਨੇਕਨਾਮੀ ਤੇ ਬਦਨਾਮੀ ਦਾ ਵੀ ਸਾਂਝੀ ਸੀ। ਉਸ ਸਮਾਜ ਦੇ ਵਿੱਚ, ਉਸ ਪਿੰਡ ਦੇ ਸਮਾਜ ਦੇ ਵਿੱਚ ਇੱਕ ਦੀ ਇੱਜ਼ਤ ਸਾਰਿਆਂ ਦੀ ਇੱਜ਼ਤ ਸਮਝੀ ਜਾਂਦੀ ਸੀ ਤੇ ਇੱਕ ਦੀ ਬਦਨਾਮੀ ਸਾਰਿਆਂ ਦੀ ਬਦਨਾਮੀ ਸਮਝੀ ਜਾਂਦੀ ਸੀ। ਪਰ ਇਸ ਦਾ ਦੂਸਰਾ ਪੱਖ ਮਨੁੱਖੀ ਸੁਭਾਅ ਹੈ, ਜਿਸ ਨੂੰ ਜਦੋਂ ਵੀ ਕੋਈ ਗੱਲ ਪਤਾ ਲੱਗਦੀ ਹੈ, ਜੇ ਉਹ ਗੱਲ ਭੇਤ ਵਾਲੀ ਹੋਵੇ, ਨਾ ਦੱਸਣਯੋਗ ਹੋਵੇ, ਸੱਭਿਆਚਾਰ ਉਸ ਨੂੰ ਸਵੀਕਾਰ ਨਾ ਕਰਦਾ ਹੋਵੇ, ਤਾਂ ਮਨੁੱਖ ਦੇ ਮਨ ਦੇ ਵਿੱਚ ਉਸ ਨੂੰ ਦੂਸਰਿਆਂ ਨਾਲ ਸਾਂਝਾ ਕਰਨ ਦੀ ਲਲਕ ਬਹੁਤ ਤੀਬਰ ਹੁੰਦੀ ਹੈ। ਪਰ ਸਾਡੇ ਵਰਗੇ ਬੰਦ ਸਮਾਜ ਦੇ ਵਿੱਚ, ਜਿੱਥੇ ਔਰਤ ਮਰਦ ਦੇ ਰਿਸ਼ਤੇ ਜਿਹੜੇ ਉਹ ਬੜੇ ਹੀ ਸੀਮਿਤ ਨੇ ਜਾਂ ਬੰਧਨ ਦੇ ਵਿੱਚ ਨੇ, ਜਾਂ ਜਿਨ੍ਹਾਂ ਨੂੰ ਵਿਆਹ ਤੋਂ ਬਾਹਰ ਕੋਈ ਸਵੀਕ੍ਰਿਤੀ ਨਹੀਂ ਹੈਗੀ, ਔਰਤ ਮਰਦ ਦੇ ਰਿਸ਼ਤਿਆਂ ਨਾਲ ਸੰਬੰਧਿਤ ਕੋਈ ਗੱਲ ਹੋਵੇ ਤਾਂ ਇਸ ਪ੍ਰਤੀ ਜੋ ਇੱਛਾ ਹੈ ਦੂਸਰਿਆਂ ਨਾਲ ਸਾਂਝਾ ਕਰਨ ਦੀ, ਉਹ ਹੋਰ ਵੀ ਵਧੇਰੇ ਹੋ ਜਾਂਦੀ ਹੈ। ਪਰ ਇੱਕ ਪਾਸੇ ਮਨੁੱਖ ਦਾ ਇਹ ਕਮਜ਼ੋਰੀ ਹੈ ਜਾਂ ਮਾਨਸਿਕ ਕਮਜ਼ੋਰੀ ਹੈ, ਤੇ ਦੂਸਰੇ ਪਾਸੇ ਉਹਦਾ ਸਮਾਜ ਸੱਭਿਆਚਾਰਕ ਵਿਵਹਾਰ ਹੈ। ਤੇ ਇਸ ਕਹਾਣੀ ਦੇ ਵਿੱਚ ਇਹ ਦੋਨੋਂ ਪੱਖ ਆਪਸ ਦੇ ਵਿੱਚ ਉਲਝਦੇ ਕ੍ਰਿਜਦੇ ਸਾਹਮਣੇ ਆਉਂਦੇ ਨੇ ਤੇ ਮਨੁੱਖੀ ਸੁਭਾਅ ਦੇ, ਪੇਂਡੂ ਸੱਭਿਆਚਾਰ ਦੇ ਅਨੇਕਾਂ ਰੰਗ ਇਹਨਾਂ ਦੋਨਾਂ ਪੱਖਾਂ ਨਾਲ ਦੱਸੇ ਗਏ ਨੇ। ਕਹਾਣੀ ਦੇ ਸ਼ੁਰੂ ਵਿੱਚ ਵਾਪਰੀ ਇਹ ਨਿੱਕੀ ਜਿਹੀ ਘਟਨਾ, ਜਿਸ ਵਿੱਚ ਇੱਕ ਮੁੰਡਾ ਵਿਰਕਾਂ ਦਾ ਪਰਮਿੰਦਰ ਜੈਲਦਾਰਾਂ ਦੀ ਹਰ ਪ੍ਰਕਾਸ਼ ਵੱਲ ਦੇਖ ਕੇ ਮੁਸਕਰਾਉਂਦਾ ਹੈ, ਜਿਸ ਨੂੰ ਕਿ ਬਾਰੀਆਂ ਦਾ ਤਿਲਕੂ ਦੇਖ ਲੈਂਦਾ ਹੈ। ਇਸ ਦਾ ਹੀ ਫਲਾਹ ਹੈ। ਬਾਰੀਆਂ ਦਾ ਤਿਲਕੂ ਆਪਣੇ ਮਿੱਤਰ ਸੁੱਚੇ ਲਹਾਰ ਨੂੰ ਇਸ ਗੱਲ ਬਾਰੇ ਦੱਸਦਾ ਹੈ ਤੇ ਸੁੱਚਾ ਲਹਾਰ ਰਾਮ ਸਿੰਘ ਫੌਜੀ ਨੂੰ, ਰਾਮ ਸਿੰਘ ਫੌਜੀ ਆਪਣੀ ਪਤਨੀ ਨੂੰ ਤੇ ਉਸ ਦੀ ਪਤਨੀ ਬੰਤੂ ਨੂੰ, ਤੇ ਬੰਤੂ ਤੋਂ ਅੱਗੇ ਚਾਚੀ ਕਿਰਪਾਲੋ ਤੱਕ ਪਹੁੰਚਦੀ ਹੈ ਗੱਲ, ਚਾਚੀ ਕਿਰਪਾਲੋ ਤੋਂ ਨੰਦੀ ਸਮਰਾਲੋ ਤੱਕ, ਜੋ ਕਿ ਜੈਲਦਾਰਾਂ ਦੀ ਸ਼ਰੀਕਣੀ ਹੈ, ਤੇ ਜਿਸ ਨਾਲ ਕਹਾਣੀ ਦੇ ਵਿੱਚ ਮਨੁੱਖੀ ਸੁਭਾਅ ਦੇ ਹੋਰ ਅਨੇਕਾਂ ਰੰਗ ਸਾਨੂੰ ਦਿਖਾਈ ਦਿੰਦੇ ਆ। ਕਹਾਣੀ ਦੇ ਸ਼ੁਰੂ ਦੇ ਵਿੱਚ ਜਿੱਥੇ ਸਾਨੂੰ ਸਾਂਝੇ ਪਰਿਵਾਰ ਪ੍ਰਣਾਲੀ ਵਿੱਚ ਵੱਜਿਆ ਇੱਕ ਪਿੰਡ ਦਿਖਾਈ ਦਿੰਦਾ ਹੈ, ਪਰ ਉਸ ਪਿੰਡ ਦੇ ਵਿੱਚ ਅਨੇਕਾਂ ਸਾਡੇ ਸੱਭਿਆਚਾਰ ਦੀਆਂ ਅਜਿਹੀਆਂ ਸਥਿਤੀਆਂ, ਅਜਿਹੇ ਘਾਟਾਂ ਜਾਂ ਅਜਿਹੀਆਂ ਬੁਰਾਈਆਂ ਵੀ ਸਾਹਮਣੇ ਆਉਂਦੀਆਂ ਨੇ, ਜਿਹੜੀਆਂ ਕਿ
ਲੇਖਕ ਦਾ ਮਨੋਰਥ ਉਹ ਦਿਖਾਉਣਾ ਨਹੀਂ, ਪਰ ਉਹ ਕਹਾਣੀ ਦੇ ਬਿਰਤਾਂਤ ਦੇ ਵਿੱਚ ਸਾਨੂੰ ਪਤਾ ਲੱਗਦੀਆਂ ਨੇ। ਜਿਵੇਂ ਇਹਨਾਂ ਦੇ ਵਿੱਚ ਔਰਤ ਤੇ ਮਰਦ ਪਾਤਰਾਂ ਨੂੰ ਜੇਕਰ ਦੇਖਿਆ ਜਾਵੇ ਤਾਂ ਇਸ ਵਿੱਚ ਕੁਝ ਔਰਤ ਪਾਤਰ ਨੇ ਜਿਹੜੀਆਂ ਕਿ ਸਮਾਜਿਕ ਤੌਰ ਤੇ ਬੜੀਆਂ ਬੁਰੀਆਂ ਸਮਝੀਆਂ ਜਾਂਦੀਆਂ ਨੇ, ਪਰ ਲੇਖਕ ਉਹਨਾਂ ਨੂੰ ਨਾ ਤਾਂ ਬੁਰੀਆਂ ਵਜੋਂ ਚਿੱਤਰ ਰਿਹਾ ਤੇ ਨਾ ਹੀ ਚੰਗੀਆਂ ਵਜੋਂ, ਸਿਰਫ ਇੱਕ ਪਾਤਰ ਵਜੋਂ ਚਿੱਤਰ ਰਿਹਾ। ਤੇ ਸਧਾਰਨ ਪਾਤਰ ਦੇ ਵਿੱਚ ਜਾਂ ਸਧਾਰਨ ਮਨੁੱਖ ਦੇ ਵਿੱਚ ਜੋ ਵਿਸ਼ੇਸ਼ਤਾ ਹੈ ਲੇਖਕ ਦਾ, ਉਸ ਨੂੰ ਬਾਹਰ ਕੱਢ ਕੇ ਲਿਆਉਣਾ ਜਾਂ ਉਸ ਨੂੰ ਪਾਠਕਾਂ ਦੇ ਸਨਮੁਖ ਰੱਖਣਾ ਹੀ ਉਦੇਸ਼ ਹੈ। ਕਹਾਣੀ ਦੇ ਵਿੱਚ ਕਈ ਰਿਸ਼ਤੇ ਆ ਜਿਹੜੇ ਅਣਜੋੜ ਹੈ, ਜਿਵੇਂ ਚਾਚੀ ਕਿਰਪਾਲੋ ਤੇ ਪੋਸਤੀ ਚਾਚੇ ਦਾ। ਚਾਚੀ ਕਿਰਪਾਲੋ ਦੇ ਘਰ ਵਾਲਾ ਬਾਬਾ ਬਰਿਆਮਾ ਜਾਂ ਚਾਚਾ ਬਰਿਆਮਾ, ਉਹ ਪੋਸਤੀ ਵੀ ਹੈ, ਅਫੀਮੀ ਵੀ ਹੈ ਤੇ ਬੁੱਢਾ ਵੀ ਹੈ, ਤੇ ਚਾਚੀ ਦੀ ਉਮਰ ਲਗਭਗ ਉਸ ਤੋਂ ਅੱਧੀ ਹੈ। ਤੇ ਸਮਾਜ ਸੱਭਿਆਚਾਰ ਇਸ ਅਣਜੋੜ ਨੂੰ ਮਾਨਤਾ ਦਿੰਦਾ ਹੈ, ਪਰ ਚਾਚੀ ਸਮਾਜਿਕ ਬਗਾਵਤ ਸਿੱਧੇ ਰੂਪ 'ਚ ਨਹੀਂ ਕਰਦੀ, ਪਰ ਆਪਣੇ ਹਾਣੀਆਂ ਮੁੰਡਿਆਂ ਖੁੰਡਿਆਂ ਨਾਲ ਹੱਸ ਕੇ ਇਸ ਦੀ ਪੂਰਤੀ ਕਰਦੀ ਹੈ। ਇੱਕ ਤਰ੍ਹਾਂ ਨਾਲ ਉਹ ਸੱਭਿਆਚਾਰ ਵਲਗਣ ਦੀ ਕੰਧ ਨੂੰ ਟੱਪਦੀ ਹੈ, ਪਰ ਉਹ ਦਿਲ ਦੀ ਬੁਰੀ ਨਹੀਂ ਜਾਪਦੀ, ਕਿਉਂਕਿ ਜੋ ਉਸ ਨਾਲ ਸਮਾਜ ਨੇ ਕੀਤਾ ਜਾਂ ਸਾਡੇ ਸੱਭਿਆਚਾਰਕ ਰੀਤੀ ਰਿਵਾਜਾਂ ਨੇ ਕੀਤਾ ਹੈ, ਉਸ ਦੇ ਮੁਕਾਬਲੇ ਉਸ ਦੁਆਰਾ ਲਈਆਂ ਖੁੱਲਾਂ ਕੋਈ ਬਹੁਤੀਆਂ ਨਹੀਂ ਜਾਪਦੀਆਂ। ਸਾਨੂੰ ਉਸ ਨਾਲ ਨਫ਼ਰਤ ਨਹੀਂ, ਹਮਦਰਦੀ ਹੁੰਦੀ ਹੈ। ਇਸੇ ਤਰ੍ਹਾਂ ਜੇ ਅਸੀਂ ਹੋਰ ਪਾਤਰਾਂ ਨੂੰ ਵੀ ਦੇਖੀਏ ਤਾਂ ਉਹ ਵੀ ਇੱਕ ਤਰ੍ਹਾਂ ਨਾਲ ਕਈ ਤਰ੍ਹਾਂ ਦੇ ਅੰਤਰਦਵੰਦਾਂ ਦੇ ਮਿਸ਼ਰਣ ਨੇ। ਸ਼ੁਰੂ ਤੋਂ ਇਹ ਕਹਾਣੀ ਪ੍ਰਕਿਰਤੀ ਤੇ ਸੰਸਕ੍ਰਿਤੀ ਦੋਨਾਂ ਦੇ ਵਿੱਚ ਜੋ ਦਵੰਦ ਪੈਦਾ ਹੁੰਦਾ, ਜੋ ਅੰਤਰਦਵੰਦ ਪੈਦਾ ਹੁੰਦਾ, ਉਹਦੇ ਮਿਸ਼ਰਣ ਦੀ ਉਹ ਕਹਾਣੀ ਹੈ। ਰਾਮ ਸਿੰਘ ਫੌਜੀ ਇੱਕ ਪਾਸੇ ਆਪਣੀ ਮਨੁੱਖੀ ਫਿਤਰਤ ਤੋਂ ਮਜਬੂਰ ਆਪਣੀ ਘਰਵਾਲੀ ਨਾਲ ਭੇਤ ਵਾਲੀ ਗੱਲ ਸਾਂਝੀ ਕਰਦਾ, ਪਰ ਉਹ ਆਪਣੀ ਘਰਵਾਲੀ ਨੂੰ ਬੜੀ ਕਰੜਾਈ ਨਾਲ ਤਕੀਦ ਵੀ ਕਰਦਾ ਕਿ ਤੂੰ ਇਹ ਗੱਲ ਅੱਗੇ ਕਿਸੇ ਨੂੰ ਨਹੀਂ ਦੱਸਣੀ। ਇਸੇ ਤਰ੍ਹਾਂ ਬੰਤੂ, ਚਾਚੀ ਕਿਰਪਾਲੋ ਸਾਰੇ ਆਪਣੇ ਮਨੁੱਖੀ ਸੁਭਾਅ ਜਾਂ ਮਨੁੱਖੀ ਫਿਤਰਤ ਤੋਂ ਮਜਬੂਰ ਹੋ ਕੇ ਇੱਕ ਦੂਸਰੇ ਨਾਲ ਭੇਤ ਵਾਲੀ ਗੱਲ ਸਾਂਝੀ ਕਰਦੇ ਆ, ਪਰ ਉਹ ਸਾਂਝੇ ਸੱਭਿਆਚਾਰ ਜਾਂ ਪਿੰਡ ਦੀ ਨੇਕਨਾਮੀ ਜਾਂ ਬਦਨਾਮੀ, ਜੋ ਕਿ ਇੱਕ ਦੀ ਬਦਨਾਮੀ ਸਾਰਿਆਂ ਦੀ ਬਦਨਾਮੀ ਸਮਝੀ ਜਾਂਦੀ ਹੈ ਤੇ ਇੱਕ ਦੀ ਇੱਜ਼ਤ ਸਾਰਿਆਂ ਦੀ ਇੱਜ਼ਤ ਸਮਝੀ ਜਾਂਦੀ ਹੈ, ਉਹਦਾ ਪੂਰਾ ਪੂਰਾ ਖਿਆਲ ਰੱਖਦੇ ਆ। ਤੇ ਉਸ ਦਾ ਖਿਆਲ ਰੱਖਣ ਦੇ ਬਾਵਜੂਦ ਵੀ ਇੱਕ ਦੂਜੇ ਨਾਲ ਗੱਲ ਸਾਂਝੀ ਕਰਦੇ ਆ। ਇੱਕ ਤੇ ਕਹਾਣੀਕਾਰ ਸਾਨੂੰ ਇਹ ਗੱਲ ਵੱਲ ਵੀ ਇਸ਼ਾਰਾ ਕਰਦਾ ਹੈ, ਇੱਕ ਕਹਾਵਤ ਕਹਿ ਲਓ ਜਾਂ ਖਾਣ ਕਹਿ ਲਓ, ਕਿਹਾ ਜਾਂਦਾ ਵੀ ਜੇਕਰ ਤੁਸੀਂ ਕਿਸੇ ਗੱਲ ਨੂੰ ਭੇਤ ਰੱਖਣਾ ਚਾਹੁੰਦੇ ਹੋ ਤਾਂ ਆਪਣੇ ਨਜ਼ਦੀਕੀਆਂ ਨੂੰ ਜਾਂ ਬਹੁਤ ਨੇੜੇ ਦੇ ਮਿੱਤਰਾਂ ਨੂੰ ਵੀ ਨਾ ਦੱਸੋ, ਕਿਉਂਕਿ ਉਹਨਾਂ ਦੇ ਵੀ ਅੱਗੋਂ ਨੇੜੇ ਦੇ ਮਿੱਤਰ ਹੁੰਦੇ ਨੇ। ਕਹਾਣੀ 'ਚ ਇਹੀ ਵਾਪਰਦਾ ਵੀ ਜਦੋਂ ਕੋਈ ਗੱਲ ਦੱਸਦਾ ਤਾਂ ਉਹ ਐਵੇਂ ਕਿਸੇ ਨੂੰ ਗੱਲ ਨਹੀਂ ਦੱਸਦਾ ਫਿਰਦਾ ਹੈਗਾ, ਤੇ ਉਹ ਗੱਲ ਭੇਤ ਵਾਲੀ ਗੱਲ ਹੈ, ਜੋ ਇੱਕ ਕੁੜੀ ਦੇ ਮੁੰਡੇ ਵੱਲ ਵੇਖ ਕੇ ਮੁਸਕਰਾਉਣ ਦੀ ਗੱਲ ਹੈ, ਜਿਹੜਾ ਕਿ ਸਾਡੇ ਸਮਾਜ ਸੱਭਿਆਚਾਰ ਦੇ ਅਨੁਸਾਰ ਚੰਗੀ ਗੱਲ ਨਹੀਂ ਹੈਗੀ, ਚੰਗੀ ਵੀ ਨਾ ਕਹੀਏ ਤੇ ਬਹੁਤ ਹੀ ਬੁਰੀ ਗੱਲ ਹੈ। ਇਸ ਗੱਲ ਨੂੰ ਪਹਿਲਾਂ ਤਕੀਦ ਕਰਦਾ ਵੀ ਤੂੰ ਅੱਗੇ ਨਹੀਂ ਦੱਸਣੀ। ਜਦੋਂ ਇਸ ਗੱਲ ਦਾ ਵਾਅਦਾ ਲੈ ਲੈਂਦਾ ਵੀ ਇਹ ਗੱਲ ਅੱਗੇ ਨਹੀਂ ਜਾਊਗੀ, ਉਸ ਤੋਂ ਬਾਅਦ ਇਹ ਗੱਲ ਉਹ ਅੱਗੇ ਦੱਸਦਾ। ਤੇ ਇਸ ਟਕਰਾਅ ਨੂੰ, ਇਸ ਦਵੰਦ ਨੂੰ ਕਹਾਣੀ 'ਚ ਬੜੀ ਖੂਬਸੂਰਤੀ ਨਾਲ ਪ੍ਰਗਟਾਇਆ ਗਿਆ। ਜਿਹੜੀ ਗੱਲ ਕਹਾਣੀ ਦੇ ਵਿੱਚ ਦੂਸਰੀ ਹੈ ਉਹ ਇਹ ਹੈ ਵੀ ਮਾਨਵੀ ਸੰਵੇਦਨਾਵਾਂ। ਪਾਤਰ ਹੈ ਜਿਹੜੇ ਚੰਗੇ ਬੁਰੇ ਨਹੀਂ ਹੁੰਦੇ ਹੈਗੇ, ਮਨੁੱਖ ਨੂੰ ਸਥਿਤੀਆਂ ਨੇ ਜਿਹੜੀਆਂ ਉਹ ਚੰਗਾ ਜਾਂ ਬੁਰਾ ਬਣਾਉਂਦੀਆਂ ਨੇ, ਜਿਨ੍ਹਾਂ ਦੇ ਵਿੱਚ ਸਭ ਤੋਂ ਕਹਾਣੀ ਦੀ ਜਿਹੜੀ ਅਹਿਮ ਪਾਤਰ ਹੈ ਨੰਦੀ ਸਮਰਾਲੋ। ਨੰਦੀ ਸਮਰਾਲੋ ਇੱਕ ਛੁੱਟੜ ਹੈ ਜੋ ਲਗਭਗ 12 ਸਾਲ ਕਿਸੇ ਕਾਰਨ ਕਰਕੇ ਆਪਣੇ ਪਤੀ ਵੱਲੋਂ ਛੱਡ ਦਿੱਤੀ ਗਈ ਹੈ, ਤੇ ਫਿਰ ਉਹ ਇਸ ਪਿੰਡ ਵਿੱਚ ਆ ਕੇ ਵੱਸਦੀ ਹੈ। ਜਿਸ ਘਰ ਉਹ ਵੱਸਦੀ ਹੈ, ਜਮਾਦਾਰ ਦੇ ਘਰ ਆ ਕੇ, ਉਹ ਜੈਲਦਾਰਾਂ ਦੇ ਚਾਚੇ ਦਾ ਮੁੰਡਾ, ਤੇ ਪਿੰਡ ਦੇ ਵਿੱਚ ਉਸ ਨੂੰ ਜਮਾਦਾਰ ਦੇ ਰੁਤਬੇ ਵਾਲੀ ਸਮਝਣ ਦੀ ਥਾਂ ਜਮਾਦਾਰ ਦਾ ਹੀ ਰੁਤਬਾ ਡਿੱਗਿਆ ਸਮਝਿਆ ਜਾਂਦਾ। ਤੇ ਇਸ ਦੇ ਵਿੱਚ ਸਭ ਤੋਂ ਵੱਧ ਜੋ ਪਰਿਵਾਰ ਉਹਨਾਂ ਦੀ ਵਿਰੋਧਤਾ ਕਰਦਾ ਜਾਂ ਨੰਦੀ ਨੂੰ ਤਾਨੇ ਮਿਹਣੇ ਮਾਰਦਾ ਜਾਂ ਉਹਨੂੰ ਉੱਦੜ ਗਈ ਆਖਦਾ, ਉਹਦੇ ਵਿੱਚ ਜੈਲਦਾਰਾਂ ਦਾ ਟੱਬਰ ਸਭ ਤੋਂ ਮੂਹਰੇ ਹੈ।
ਹੁਣ ਜਦੋਂ ਇਹ ਭੇਤ ਵਾਲੀ ਗੱਲ ਨੰਦੀ ਸਮਰਾਲੋ ਕੋਲੋਂ ਪਹੁੰਚਦੀ ਹੈ ਤਾਂ ਉਸ ਕੋਲੇ ਬੜਾ ਅਹਿਮ ਮੌਕਾ ਹੈ ਆਪਣੇ ਨਾਲ ਕੀਤੀਆਂ ਵਧੀਕੀਆਂ ਦਾ ਬਦਲਾ ਲੈਣ ਲਈ। ਪਰ ਸਭ ਕਾਸੇ ਦੇ ਬਾਵਜੂਦ ਉਹ ਇਹ ਗੱਲ ਨੂੰ ਪਿੰਡ ਵਿੱਚ ਫੈਲਾਉਂਦੀ ਨਹੀਂ ਜਾਂ ਉਹਨਾਂ ਦੀ ਡੌਂਡੀ ਨਹੀਂ ਪਿੱਟਦੀ। ਉਹ ਜੈਲਦਾਰਨੀ ਨਾਲ ਮੁਲਾਕਾਤ ਕਰਦੀ ਹੈ, ਜੈਲਦਾਰਨੀ ਨੂੰ ਮਿਲਣ ਜਾਂਦੀ ਹੈ, ਕਿਉਂਕਿ ਜੈਲਦਾਰਨੀ ਜੋ ਕਿ ਨੰਦੀ ਦੀ ਬਦਨਾਮੀ ਕਰਨ ਵਿੱਚ ਸਭ ਤੋਂ ਅੱਗੇ ਹੈ। ਨੰਦੀ ਇਹ ਸਾਰੀਆਂ ਗੱਲਾਂ ਨੂੰ ਭੁਲਾ ਕੇ, ਭਾਵੇਂ ਕੋਈ ਬਿਰਜੂ ਬਾਹਮਣ ਦੇ ਅਸਰ ਹੇਠ ਹੈ, ਭਾਵੇਂ ਉਸ ਦੇ ਮਨ ਦੇ ਵਿੱਚ ਧੀ ਧਿਆਣੀ ਦੀ ਇੱਜ਼ਤ ਦਾ ਖਿਆਲ ਹੈ, ਜੇਕਰ ਕਹੀਏ ਵੀ ਉਹਦੇ ਜਿਹੜੇ ਕੁਦਰਤੀ ਭਾਵ ਨੇ ਉਹਨਾਂ ਦੇ ਉੱਪਰ ਜਿਹੜਾ ਉਹਦਾ ਸੱਭਿਆਚਾਰਕ ਕੱਪ ਹੈ ਭਾਰੂ ਹੁੰਦਾ, ਤੇ ਉਹ ਜੈਲਦਾਰਨੀ ਦਾ ਭਾਵੇਂ ਬਦਲਾ ਲੈਣਾ ਚਾਹੁੰਦੀ ਹੈ, ਪਰ ਉਹ ਤਾਂ ਵੀ ਜੈਲਦਾਰਨੀ ਦੇ ਘਰ ਜਾਂਦੀ ਹੈ। ਉਸ ਨੂੰ ਬੜੇ ਹੀ ਮਤਲਬ ਸਹਿਜਤਾ ਨਾਲ, ਬੜੇ ਹੀ ਭਾਵਪੂਰਤ ਢੰਗ ਨਾਲ ਭੇਤ ਵਾਲੀ ਗੱਲ ਦੱਸਦੀ ਹੈ, ਤੇ ਜੈਲਦਾਰਨੀ ਦੁਆਰਾ ਪਛਤਾਤਾਪ ਕਰਨ ਤੇ ਜਾਂ ਜੈਲਦਾਰਨੀ ਦੁਆਰਾ ਉਹਦੇ ਪੈਰਾਂ 'ਚ ਚੁੰਨੀ ਰੱਖਣ ਤੋਂ ਬਾਅਦ ਉਹਦੇ ਮਨ ਦੀ ਜੋ ਮੈਲ ਹੈ ਜਾਂ ਜੈਲਦਾਰਾਂ ਪ੍ਰਤੀ ਜੋ ਨਫ਼ਰਤ ਹੈ ਉਹ ਖਤਮ ਹੋ ਜਾਂਦੀ ਹੈ। ਕਿਉਂਕਿ ਨੰਦੀ ਜੋ ਹੈ ਉਸਨੇ ਸਾਰੀ ਉਮਰ ਪੀੜ ਹੰਢਾਈ ਹੈ ਤਾਨਿਆਂ ਦੀ, ਮਿਹਣਿਆਂ ਦੀ, ਉਧੜ ਗਈ ਦੇ ਮਿਹਣੇ ਦੀ, ਜੋ ਕਿ ਇੱਕ ਔਰਤ ਲਈ ਬਹੁਤ ਮਾੜਾ ਸਮਝਿਆ ਜਾਂਦਾ ਸਾਡੇ ਸਮਾਜ ਦੇ ਵਿੱਚ। ਪਰ ਉਹ ਇਹੋ ਜਿਹਾ ਦੁੱਖ ਕਿਸੇ ਹੋਰ ਨੂੰ ਦੇਣਾ ਨਹੀਂ ਚਾਹੁੰਦੀ, ਤੇ ਕਹਾਣੀਕਾਰ ਦੀ ਇਹ ਮੁਹਾਰਤ ਹੈ ਵੀ ਉਹ ਪਾਤਰਾਂ ਨੂੰ ਕਾਲੇ ਚਿੱਟੇ ਜਾਂ ਬੁਰੇ ਚੰਗੇ ਦੇ ਰੂਪ 'ਚ ਨਹੀਂ ਚਿੱਤਰਦਾ, ਉਹਨਾਂ ਨੂੰ ਪਰਿਸਥਿਤੀਆਂ ਦੇ ਵਸ ਅਧੀਨ ਦਿਖਾਉਂਦਾ ਹੈ। ਜਿੱਥੇ ਇੱਕ ਮਨੁੱਖ ਚੰਗਾ ਹੋ ਸਕਦਾ, ਮਾੜਾ ਹੋ ਸਕਦਾ, ਪਰਿਸਥਿਤੀਆਂ ਦੇ ਵਸ ਪਿਆ, ਤੇ ਜੇ ਕੋਈ ਬੁਰਾ ਹੈ ਤਾਂ ਉਹ ਚੰਗਾ ਵੀ ਹੋ ਸਕਦਾ ਜੇਕਰ ਉਹਨੂੰ ਮੌਕਾ ਦਿੱਤਾ ਜਾਵੇ। ਇਸੇ ਤਰ੍ਹਾਂ ਜੀਵੰਤ ਰੂਪ 'ਚ ਪਾਤਰਾਂ ਨੂੰ ਸਿਰਜਣ ਕਰਕੇ, ਜੀਵੰਤ ਰੂਪ 'ਚ ਦ੍ਰਿਸ਼ਕਾਰੀ ਨੂੰ ਸਿਰਜਣ ਕਰਕੇ ਸੰਤੋਖ ਸਿੰਘ ਧੀਰ ਜੋ ਹੈ ਪੰਜਾਬੀ ਦੇ ਨਾਮਵਰ ਕਹਾਣੀਕਾਰਾਂ ਦੇ ਵਿੱਚ ਆਉਂਦਾ ਹੈ। ਇਸ ਕਹਾਣੀ ਦੀ ਭੂਮਿਕਾ ਦੇ ਵਿੱਚ ਜਾਂ ਇਸ ਕਹਾਣੀ ਨਾਲ ਜਾਣ ਪਛਾਣ ਕਰਵਾਉਂਦਿਆਂ ਡਾਕਟਰ ਬਰਿਆਮ ਸਿੰਘ ਸੰਧੂ ਹੋਰਾਂ ਨੇ ਲਿਖਿਆ ਵੀ ਧੀਰ ਜੋ ਹੈ ਕਹਾਣੀ ਲਿਖਦਾ ਨਹੀਂ, ਕਹਾਣੀ ਦਿਖਾਉਂਦਾ ਹੈ। ਤੇ ਇਸ ਦੇ ਵਿੱਚ ਕਹਾਣੀ ਦੇ ਵਿੱਚ ਆਪਾਂ ਅੱਜ ਤੋਂ 5-6 ਦਹਾਕੇ ਪਹਿਲਾਂ ਦੇ ਪੰਜਾਬ ਦੇ ਪਿੰਡ ਨੂੰ ਜੀਵੰਤ ਰੂਪ 'ਚ ਦੇਖ ਸਕਦੇ ਹਾਂ। ਆਇਰਨ ਹਾਲੀ ਤੇ ਕਿਸਾਨਾਂ ਦੇ ਫਾਲੇ ਡੰਗਾਉਣਾ, ਗੁਤਾਵਾ ਕਰਨਾ, ਜਾਂ ਇਸ ਤਰ੍ਹਾਂ ਦੇ ਕਈ ਹੋਰ ਵੇਰਵੇ। ਜਦੋਂ ਨੰਦੀ ਸਮਰਾਲੋ ਜੈਲਦਾਰਨੀ ਦੇ ਘਰ ਵੱਲ ਜਾਂਦੀ ਹੈ ਤਾਂ ਉਹ ਘੱਗਰਾ ਪਾ ਕੇ ਜਾਂਦੀ ਹੈ। ਹੁਣ ਘੱਗਰਾ ਪਾ ਕੇ ਜਾਣ ਦਾ ਭਾਵ ਹੈ ਵੀ ਉਸ ਵੇਲੇ ਪੰਜਾਬ ਦੇ ਵਿੱਚ ਜੋ ਨੂੰਹਾਂ ਸੀ ਉਹਨਾਂ ਦੇ ਉੱਤੇ ਇਹ ਇੱਕ ਤਰ੍ਹਾਂ ਕਹਿ ਲਓ ਵੀ ਡਰੈਸ ਕੋਡ ਲਾਗੂ ਸੀ ਵੀ ਜੇਕਰ ਉਹਨਾਂ ਨੇ ਪਿੰਡ ਦੀ ਕਿਸੇ ਸਾਂਝੀ ਥਾਂ ਤੋਂ, ਖਾਸ ਕਰਕੇ ਪਿੰਡ ਦੀ ਸੱਥ ਜਾਂ ਦਰਵਾਜ਼ੇ ਦੇ ਵਿੱਚ ਦੀ ਲੰਘਣਾ ਹੈ ਤਾਂ ਉਹਨਾਂ ਦੇ ਲਈ ਘੱਗਰਾ ਪਹਿਨਿਆ ਹੋਇਆ ਹੋਣਾ ਬਹੁਤ ਜ਼ਰੂਰੀ ਸੀ। ਤੇ ਇਸ ਤਰ੍ਹਾਂ ਦੀ ਦ੍ਰਿਸ਼ਕਾਰੀ ਕਰਕੇ, ਇਸ ਤਰ੍ਹਾਂ ਦੇ ਮਨੁੱਖ ਦੇ ਆਪੇ ਨੂੰ ਜਾਂ ਮਨੁੱਖ ਦੇ ਸੁਭਾਅ ਨੂੰ ਫੜਨ ਕਰਕੇ ਇਹ ਕਹਾਣੀ ਬੜੀ ਅਹਿਮ ਹੈ। ਵੈਸੇ ਵਧੇਰੇ ਸਾਹਿਤ ਇਸ ਦਵੰਦ ਦੇ ਉੱਤੇ ਹੀ ਚੱਲਦਾ ਹੈ, ਮਨੁੱਖ ਦੇ ਵਿੱਚ ਜੋ ਸੰਸਕ੍ਰਿਤੀ ਤੇ ਪ੍ਰਕਿਰਤੀ ਦਾ ਜੋ ਟਕਰਾਅ ਚੱਲਦਾ ਹੈ, ਤੇ ਇਹ ਕਹਾਣੀ ਇਸ ਦੀ ਉੱਤਮ ਉਦਾਹਰਨ ਹੈ। ਇਸ ਕਹਾਣੀ ਦੀਆਂ ਹੋਰ ਵੀ ਕਈ ਪਰਤਾਂ ਨੇ ਜਿਹੜੀਆਂ, ਕਿਉਂਕਿ ਕੋਈ ਵੀ ਸਾਹਿਤ ਰੂਪ ਉਹ ਇੱਕ ਅਰਥੀ ਨਹੀਂ ਹੁੰਦਾ ਹੈਗਾ, ਉਹਦੇ ਵਿਭਿੰਨ ਪਸਾਰ ਹੁੰਦੇ ਨੇ, ਵਿਭਿੰਨ ਸਮਿਆਂ 'ਚ, ਵਿਭਿੰਨ ਸਥਿਤੀਆਂ 'ਚ, ਤੇ ਵੱਖ-ਵੱਖ ਬੰਦਿਆਂ ਦੁਆਰਾ ਜਦੋਂ ਉਹਨੂੰ ਪੜ੍ਹਿਆ ਜਾਂਦਾ ਹੈ ਤਾਂ ਉਹਦੇ ਹੋਰ ਅਰਥ ਉਜਾਗਰ ਹੁੰਦੇ ਨੇ। ਤੇ ਇਹ ਕਹਾਣੀ ਇਸ ਤਰ੍ਹਾਂ ਦੇ ਬਹੁਪਰਤੀ, ਬਹੁਅਰਥੀ ਪਰਤਾਂ ਦੀ ਧਾਰ ਦੀ ਕਹਾਣੀ ਹੈ। ਜਦੋਂ ਵੀ ਇਸ ਨੂੰ ਪੜ੍ਹੋਗੇ ਤਾਂ ਤੁਹਾਨੂੰ ਇਸ ਦੇ ਵਿੱਚੋਂ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲੇਗਾ। ਧੰਨਵਾਦ।